अस्सलाम वालेकुम। पंजाबी ਵਿੱਚ ਸਾਡਾ ਹੁਣ ਤਹਿਕੀਕੋ ਤਨਕੀਦ ਵਿੱਚ ਆਖਰੀ ਬਾਬ ਹੈ ਜਿਹਦਾ ਨਾਂ ਹੈ ਜੀ ਪਰਖ ਪੜਚੋਲ ਆਰਿਫ ਅਬਦੁਲ ਮਤੀਨ ਹੋਰਾਂ ਨੇ ਲਿਖੀ ਹੋਈ ਹੈ ਜਿਹਨੂੰ ਪੰਜਾਬੀ ਅਦਬ ਦਾ ਟੀਐਸ ਐਲੀਅਟ ਵੀ ਕਿਹਾ ਜਾਂਦਾ ਹੈ। ਆਰਿਫ ਅਬਦੁਲ ਮਤੀਨ ਜਿਹੜੇ ਨੇ ਉਹ ਪੰਜਾਬੀ ਅਦਬ ਦੇ ਬੜੇ ਉੱਚੇ ਸ਼ਾਇਰ ਨੇ, ਨਵੇਕਲੇ ਤਰਜ਼ ਦੇ ਅਦੀਬ ਵੀ ਨੇ ਤੇ ਨਕਾਦ ਵੀ ਸਨ। ਹੁਣ ਸ਼ਾਇਰੀ ਵਿੱਚ ਨਾ ਇਹਨਾਂ ਦੀ ਬੜੀ ਨਵੀਂ ਤਖਲੀਕ ਹੈ ਕਿ ਇਹ ਜੀ ਇਕਲਾਪੇ ਦਾ ਸਫ਼ਰ ਹੈ। ਨਵੇਂ ਤਜਰਬੇ ਇਹਨਾਂ ਨੇ ਕੀਤੇ ਨੇ, ਵਸੀ ਮੁਸ਼ਾਹਿਦਾ ਰੱਖਿਆ ਹੈ, ਫਿਰ ਡੂੰਘੀਆਂ ਸੋਚਾਂ ਤੇ ਉੱਚੇ ਖਿਆਲਾਂ ਪਰੋਂ ਅਦਬੀ ਹਲਕਿਆਂ ਵਿੱਚ ਇਹਨਾਂ ਨੂੰ ਬੜੀ ਮਕਬੂਲੀਅਤ ਮਿਲੀ ਹੈ। ਇਹਨਾਂ ਦੀ ਤਨਕੀਦ ਦੀ ਕਿਤਾਬ ਪਰਖ ਪੜਚੋਲ ਤੇ ਨਾ ਸਿਰਫ ਅਦਬੀ ਦੁਨੀਆ ਵਿੱਚ ਸ਼ੋਹਰਤ ਤੇ ਥਰਥੱਲੀ ਪਾਈ, ਸਗੋਂ ਪੰਜਾਬੀ ਤਨਕੀਦ ਨੂੰ ਵੀ ਇੱਕ ਖਾਸ ਮਰਤਬਾ ਤੇ ਮਕਾਮ ਅਤਾ ਕੀਤਾ ਹੈ। ਇਹ ਥੋੜੇ ਜਿਹੇ ਕੁਝ ਚੰਗੇ ਚੰਗੇ ਲਫ਼ਜ਼ ਹਨ ਆਰਿਫ ਅਬਦੁਲ ਮਤੀਨ ਹੋਰਾਂ ਵਾਰੀ। ਹੁਣ ਹਯਾਤੀ ਦਾ ਤਾਰੁਫ ਹੈ ਜੀ। 1923 ਵਿੱਚ ਪੈਦਾ ਹੋਏ ਨੇ ਮਾਰਚ ਦੇ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ। ਇਹਨਾਂ ਨੇ 10ਵੀਂ ਜਮਾਤ ਜਿਹੜੀ ਹੈ ਉਹ ਵੀ ਅੰਮ੍ਰਿਤਸਰ ਤੋਂ ਹੀ ਹਾਸਿਲ ਕੀਤੀ ਹੈ ਤੇ ਉੱਥੋਂ ਇਹਨਾਂ ਦੀ ਇਨੀਸ਼ੀਅਲ ਜਿਹੜੀ ਤਾਲੀਮ ਸੀ ਅੰਮ੍ਰਿਤਸਰ ਤੋਂ ਹੀ ਸੀ। ਫਿਰ ਇਹਨਾਂ ਨੇ ਕਾਲਜ ਵਿੱਚ ਦਾਖਲਾ ਲਿਆ ਤੇ ਐਫਏ ਤੇ ਬੀਏ ਦਾ ਇਮਤਿਹਾਨ ਪਾਸ ਕੀਤਾ ਹੈ। ਫਿਰ ਪ੍ਰਾਈਵੇਟ ਤੌਰ ਤੇ ਇਹਨਾਂ ਨੇ ਇਸਲਾਮੀਆਤ ਵਿੱਚ ਐਮਏ ਕਰਕੇ ਤੇ ਫਿਰ ਉਰਦੂ ਦੇ ਵੀ ਇਮਤਿਹਾਨਾਤ ਐਮਏ ਉਰਦੂ ਵੀ ਕੀਤਾ ਹੈ। ਠੀਕ ਹੈ, ਐਮਏ ਇਸਲਾਮੀਆਤ ਵੀ ਕੀਤਾ ਤੇ ਐਮਏ ਉਰਦੂ ਵੀ ਕੀਤਾ ਹੈ। ਅਦਬੀ ਮਸਰੂਫੀਅਤਾਂ ਇਹਨਾਂ ਦੀ ਕੀ ਹੈ ਜੀ? ਪਾਕਿਸਤਾਨ ਬਣਨ ਮਗਰੋਂ ਉਹ ਅੰਮ੍ਰਿਤਸਰ ਤੋਂ ਲਾਹੌਰ ਆ ਗਏ ਸਨ। ਚਿਸ਼ਤੀਆ ਹਾਈ ਸਕੂਲ ਕ੍ਰਿਸ਼ਨ ਨਗਰ ਲਾਹੌਰ ਵਿੱਚ ਉਹਨਾਂ ਨੇ ਮਦਰਸ ਹੋਏ ਨੇ ਤੇ ਫਿਰ ਐਮਏ ਕਾਲਜ ਲਾਹੌਰ ਵਿੱਚ ਇਸਲਾਮੀਆਤ ਦੇ ਪ੍ਰੋਫੈਸਰ ਲੱਗ ਗਏ ਸਨ। ਇਹਨਾਂ ਦੀਆਂ ਲਿਖਤਾਂ ਵੀ ਨੇ, ਸ਼ਾਇਰੀ ਤੇ ਸ਼ੌਕ ਇਹਨਾਂ ਨੂੰ ਬਚਪਨ ਤੋਂ ਹੀ ਸੀ। ਆਗਾਜ਼ ਇਹਨਾਂ ਨੇ ਉਰਦੂ ਵਿੱਚ ਕੀਤਾ ਤੇ ਫਿਰ ਪੰਜਾਬੀ ਵੱਲ ਪਰਤੇ ਨੇ। ਇਹਨਾਂ ਨੇ ਗਜ਼ਲਾਂ ਵੀ ਲਿਖੀਆਂ ਨੇ ਤੇ ਨਜ਼ਮਾਂ ਵੀ ਲਿਖੀਆਂ ਨੇ। ਸ਼ੇਰੀ ਮਜਮੂਏ ਹੁਣ ਉਰਦੂ ਦੇ ਸ਼ੇਰੀ ਮਜਮੂਏ ਜੇ ਉਹ ਜ਼ੇਲ ਦੇ ਮਜਮੂਏ ਨੇ ਜੀ। ਸਫਰ ਕੀ ਅਤਾ उर्दू नज़में न, सलीब गम, चिराग के घाव, मट्टी की पुकार उर्दू ड्रामाई कलाम है। दुख की मिरास ए उर्दू नसरी नज़में न। फिर है जी मौज दर मौज, सच्चाई का जहर, धूप की चादर, दरीचे और सहर ते वगैरह वगैरह। उर्दू नसर दियां ਜਿਹੜੀਆਂ ਇਹਨਾਂ ਦੀਆਂ ਲਿਖਤਾਂ ਨੇ ਉਹ ਜੀ इम्कानात ते तहसीन फ़न है। उर्दू अमली तनकीद है। फिर पंजाबी शेर दे शेरी मजमूए ने। खुशबू दा सफ़र पंजाबी गज़लां, कलापे दा सफ़र है भी गज़लां ते नज़मां ने। समंदरी उडीक पंजाबी नज़मां ने। अंबर तेरी छां पंजाबी नातिया मजमूआ है ਜਿਹਨੂੰ ਸਦਾਰਤੀ ਅਵਾਰਡ ਯਾਫਤਾ ਹੈ। ਸਦਾਰਤੀ ਅਵਾਰਡ ਵੀ ਲੱਭਿਆ ਇਹਨੂੰ। ਫਿਰ ਪੰਜਾਬੀ ਨਸਰ ਆ ਜਾਂਦਾ ਹੈ, ਉਹਦੇ ਵਿੱਚ ਹੀ ਤਨਕੀਦੀ ਮਜ਼ਮੂਨਾਂ ਦਾ ਮਜਮੂਆ ਹੈ ਜਿਹਦੇ ਵਿੱਚ ਆ ਜਾਂਦਾ ਪਹਿਲਾ ਪਰਖ ਪੜਚੋਲ ਹੈ। ਆਰਿਫ ਅਬਦੁਲ ਮਤੀਨ ਹੋਰਾਂ ਬਾਰੇ ਕਿਹਾ ਜਾਂਦਾ ਜੀ ਪੰਜਾਬੀ ਤੇ ਉਰਦੂ ਦੇ ਮਾਨਯੋਗ ਤੇ ਸਰਕੜਵੇਂ ਅਦੀਬ ਸ਼ਾਇਰ ਤੇ ਨਕਾਦ ਨੇ। ਇਹਨਾਂ ਦਾ ਬਾਲਿਆ ਚਾਨਣ ਜਿਹੜਾ ਹੈ ਉਹ ਜ਼ਮਾਨੇ ਨੂੰ ਸਿੱਧੀਆਂ ਰਾਹਾਂ ਤੇ ਲਾਉਂਦਾ ਹੈ ਤੇ ਉਹ ਰਾਹਾਂ ਵਿਖਾ ਰਿਹਾ ਹੈ। ਉਹਨਾਂ ਦਾ ਕਲਮ ਅਜੇ ਤੁਰੀ ਸੁੱਕਿਆ ਨਹੀਂ ਹੈ ਬਲਕਿ ਰਸ ਭਰ ਰਿਹਾ ਤੇ ਇਹ ਰਸ ਜਿਹੜਾ ਉਹ ਖਿਲਾਰ ਰਿਹਾ ਹੈ, ਵੱਧ ਰਿਹਾ ਹੈ। ਠੀਕ ਹੈ। ਫਿਰ ਜੀ ਇਹਨਾਂ ਦੀ ਸ਼ਖਸੀਅਤ ਦਾ ਕੀ ਪਹਿਲੂ ਹੈ? ਆਰਿਫ ਅਬਦੁਲ ਮਤੀਨ ਹੋਰਾਂ ਦਾ ਬੜਾ ਨਾਂ ਹੈ, ਤੁਸੀਂ ਵੀ ਸੁਣਿਆ ਹੋਏਗਾ। ਨਾਰਮਲੀ ਉਰਦੂ ਪੰਜਾਬੀ ਵਿੱਚ ਇਹਨਾਂ ਦਾ ਬੜਾ ਜ਼ਿਕਰ ਹੁੰਦਾ ਹੈ ਤੇ ਇਹਨਾਂ ਵਾਲਿਆਂ ਨਾਲ ਇਹਨਾਂ ਦੀ ਬੜੀ ਅਹਿਮੀਅਤ ਹੈ। ਪਹਿਲੇ ਨੰਬਰ ਉੱਤੇ ਆਉਂਦਾ ਜੀ ਬਰ ਸਗੀਰ ਵਿੱਚ ਕੋਈ ਪਿਛਲੇ 50 ਵਰ੍ਹਿਆਂ ਤੋਂ ਉੱਠਣ ਵਾਲਿਆਂ ਇਲਮੀ ਤੇ ਅਦਬੀ ਤਹਿਰੀਕਾਂ ਦੇ ਫਾਲ ਰੁਕਨ ਦੀ ਹੈਸੀਅਤ ਹਾਸਿਲ ਹੈ ਇਹਨਾਂ ਨੂੰ। ਦੂਜੇ ਨੰਬਰ ਉੱਤੇ ਇਹ ਇੱਕ ਸ਼ਾਇਰ ਨੇ ਤੇ ਤੀਜੇ ਨੰਬਰ ਉੱਤੇ ਇੱਕ ਨਕਾਦ ਦੇ ਤੌਰ ਤੇ ਉਹਨਾਂ ਦੀ ਸ਼ਖਸੀਅਤ ਨੇ ਹਮੇਸ਼ ਲਈ ਆਪਣੀ ਮੌਜੂਦਗੀ ਦਾ ਅਹਿਸਾਸ ਦਿਲਾਈ ਰੱਖਿਆ ਤੇ ਉਹ ਆਪਣੇ ਤਿੰਨਾਂ ਪਹਿਲੂਆਂ ਨਾਲ ਆਪਣੇ ਤਖਲੀਕੀ ਕਾਵਿਸ਼ਾਂ ਵਿੱਚ ਭਰਵੇਂ ਤਰੀਕੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਨਜ਼ਰ ਆਉਂਦੇ ਨੇ। ਹੁਣ ਜੀ ਅਸੀਂ ਕਰਾਂਗੇ ਪਰਖ ਪੜਚੋਲ ਦੀ ਵੰਡ। ਕੁਝ ਹਿੱਸਿਆਂ ਵਿੱਚ ਇਹਨਾਂ ਨੂੰ ਵੰਡਿਆ ਗਿਆ ਜਿਵੇਂ ਜੀ ਪਹਿਲਾ ਸਾਡੇ ਕੋਲ ਆਉਂਦਾ ਪੰਜਾਬੀ ਸੂਫੀਆਨਾ ਸ਼ਾਇਰੀ, ਪਸ ਮੰਜ਼ਰ ਤੇ ਪੇਸ਼ ਮੰਜ਼ਰ। ਫਿਰ ਦੂਜਾ ਇਹਦਾ ਹਿੱਸਾ ਆਉਂਦਾ ਜੀ ਪੰਜਾਬੀ ਦੇ 7 ਸੂਫੀ ਸ਼ੋਰਾ ਬਾਰੇ ਗੱਲਬਾਤ ਹੈ। ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਬੁੱਲੇ ਸ਼ਾਹ, ਅਲੀ ਹੈਦਰ, ਹਾਸ਼ਿਮ ਸ਼ਾਹ ਤੇ ਖਵਾਜਾ ਫਰੀਦ ਨੇ। ਤੀਜਾ ਆਉਂਦਾ ਜੀ ਪੰਜਾਬੀ ਦੇ 5 ਉੱਘੇ ਸ਼ਾਇਰਾਂ ਦੇ ਬਾਰੇ
ਮਜ਼ਮੂਨ ਇਸ ਕਿਤਾਬ ਦਾ ਹਿੱਸਾ ਨੇ। ਇਹਨਾਂ ਸ਼ਾਇਰਾਂ ਵਿੱਚ ਉਸਤਾਦ ਕਰਮ, ਮੌਲਾਨਾ ਬਖਸ਼ ਕੁਸ਼ਤਾ, ਪੀਰ ਫਜ਼ਲ ਗੁਜਰਾਤੀ, ਡਾਕਟਰ ਫਕੀਰ ਮੁਹੰਮਦ ਫਕੀਰ ਤੇ ਹਕੀਮ ਨਾਸਿਰ ਹੋਰਾਂ ਦੇ ਨਾਂ ਸ਼ਾਮਿਲ ਨੇ। ਚੌਥੇ ਪਰਾਗੇ ਵਿੱਚ ਜਿਹੜੇ ਮਜ਼ਮੂਨ ਆਉਂਦੇ ਨੇ ਉਹਨਾਂ ਵਿੱਚੋਂ ਜਦੀਦ ਸ਼ਾਇਰਾਂ ਦੀ ਤਫਸੀਲ ਹੈ, ਜਿਹਦੇ ਵਿੱਚ ਆ ਜਾਂਦਾ ਜੀ ਜਗਰਾਤੇ ਹੈ, ਤੂੰ ਤੇ ਮੈਂ, ਤਰੰਜਨ ਹੈ, ਕੱਚੇ ਘੜੇ, ਯਾਦਾਂ, ਸਲੀਮ ਕਾਸ਼ਰ ਤੇ ਹੋਰ ਵੀ ਬਹੁਤ ਸਾਰੇ ਨੇ। ਤੇ ਇਸ ਤਰ੍ਹਾਂ ਇਹ 4 ਹਿੱਸਿਆਂ ਵਿੱਚ ਇਹਦੀ ਵੰਡ ਕੀਤੀ ਗਈ ਹੈ। ਫਿਰ ਹੁਣ ਜੀ ਪੜਕ ਪੜਚੋਲ ਦਾ ਵੇਰਵਾ ਅਸੀਂ ਕਰਾਂਗੇ ਜੀ। ਪਹਿਲਾ ਮਜ਼ਮੂਨ ਹੈ ਜੀ ਜਦੋਂ ਕਿਹਾ ਜਾਂਦਾ ਹੈ ਜੀ ਪੰਜਾਬੀ ਦੀ ਸੂਫੀਆਨਾ ਸ਼ਾਇਰੀ ਦੇ ਪਸੇ ਮੰਜ਼ਰ। ਇਹਦੇ ਬਾਰੇ ਚ ਸਾਡਾ ਇਹ ਪਹਿਲਾ ਮਜ਼ਮੂਨ ਹੈ ਪਰਖ ਪੜਚੋਲ ਕਿਤਾਬ ਦਾ। ਆਰਿਫ ਹੋਰਾਂ ਨੇ ਇਹਦੇ ਵਿੱਚ ਤਸਵੁਫ ਦੀ ਤਾਰੀਖ, ਹਕੀਕਤ ਤੇ ਰਵਾਇਤ ਨੂੰ ਬੜੇ ਖੁੱਲੇ ਅੰਦਾਜ਼ ਵਿੱਚ ਬਿਆਨ ਕੀਤਾ ਹੈ ਤੇ ਇਨਸਾਨੀ ਤਨਾਜ਼ੁਰ ਵਿੱਚ ਵੀ ਵੇਖਣ ਦੀ ਕੋਸ਼ਿਸ਼ ਦੇ ਨਾਲ ਮਜ਼ਹਬਾਂ ਦੇ ਹਮਾਗੀਰ ਫਿਤਰੀ ਅਸੂਲਾਂ ਨੂੰ ਵੀ ਮੁੱਖ ਰੱਖ ਕੇ ਗੱਲਬਾਤ ਕੀਤੀ ਹੈ। ਸਹੀ ਹੈ ਜੀ। ਤਸਵੁਫ ਦੀ ਤਾਰੀਫ ਹੋ ਗਈ, ਤਾਰੀਖ ਹੈ, ਹਕੀਕਤ ਹੈ, ਰਵਾਇਤ ਦਾ ਜ਼ਿਕਰ ਕੀਤਾ ਹੈ, ਇਨਸਾਨੀ ਤਨਾਜ਼ੁਰ ਵਿੱਚ ਇਹਨਾਂ ਨੇ ਪੇਸ਼ ਕੀਤਾ ਹੈ। ਫਿਰ ਇਹਨਾਂ ਨੇ ਮਜ਼ਹਬਾਂ ਜਾਂ ਮਜ਼ਹਬ ਦੀ ਵੀ ਗੱਲ ਕੀਤੀ ਹੈ, ਜਿਹਦਾ ਨਤੀਜਾ ਨਿਕਲਿਆ ਕਿ ਉਹ ਇਸਲਾਮੀ ਤਸਵੁਫ ਨੂੰ ਭਗਤੀ, ਵਿਦਾਨੀਅਤ, ਈਸਾਈ ਯਹੂਦੀਅਤ ਦੇ ਵਿੱਚੋਂ ਫੁੱਟਣ ਤੇ ਸੂਫੀਆਂ ਦੇ ਲਾਦੀਨੀਅਤ ਹੋਣ ਤੋਂ ਖੁਦ ਨੂੰ ਬਚਾ ਕੇ ਇਸ ਨਤੀਜੇ ਤੇ ਆਪਣੇ ਨੂੰ ਕਿ ਤਸਵੁਫ ਇੱਕ ਨਜ਼ਰੀਆ ਹੀ ਨਹੀਂ ਹੈ ਬਲਕਿ ਇਸ ਦੀ ਇੱਕ ਨਫਸਿਆਤੀ ਫਲਸਫਿਆਨਾ ਹੈਸੀਅਤ ਹੈ। ਸਿਰਫ ਇੱਕ ਨਜ਼ਰੀਆ ਨਹੀਂ ਹੈ ਤਸਵੁਫ ਜਿਹੜਾ, ਬਲਕਿ ਇੱਕ ਨਫਸਿਆਤੀ ਫਲਸਫਿਆਨਾ ਵੀ ਹੈਸੀਅਤ ਦੀ ਹੈ। ਇਹਦੇ ਲਈ ਉਹਨਾਂ ਨੇ ਕਈ ਮਗਰਬੀ ਮੁਸੰਨਫਾਂ ਦੇ ਹਵਾਲੇ ਵੀ ਦਿੱਤੇ ਨੇ। ਇਹਦੇ ਵਿੱਚ ਇਸ ਮਜ਼ਮੂਨ ਵਿੱਚ ਨਾ ਇੱਕ ਹੋਰ ਵੱਡੀ ਗੱਲ ਹੈ ਜੀ, ਸੂਫੀ ਸ਼ਾਇਰਾਂ ਦਾ ਤਸਵੁਫ ਇਨਸਾਨੀਅਤ ਤੇ ਮਜ਼ਹਬ ਦੇ ਹਮਾਗੀਰ ਰਸੂਲਾਂ ਪਾਰੂ ਹਯਾਤੀ ਦਾ ਅਮਲੀ ਨਮੂਨਾ ਸੀ। ਇਸ ਲਈ ਉਹਨਾਂ ਦੇ ਕਲਾਮ ਵਿੱਚ ਹਮੇਸ਼ ਤੇ ਤਾਸੁਰ ਵਾਲੀ ਹਮਾਗੀਰੀ ਹੈ ਕਿ ਉਹ ਹਮੇਸ਼ਾ ਜਦੋਂ ਕੋਈ ਗੱਲ ਕਰਦੇ ਸਨ ਤੇ ਮਜ਼ਹਬ ਤੋਂ ਵੀ ਉਹਦੇ ਨਾਲ ਵੀ ਗੱਲ ਹੁੰਦੀ ਸੀ, ਮਜ਼ਹਬ ਤੋਂ ਵੀ ਹਮਾਗੀਰ ਗੱਲ ਹੈ, ਲੇਕਿਨ ਇਨਸਾਨ ਦੀ ਵੀ ਜਿਹੜੀ ਹੈ ਨਾ ਇਨਸਾਨੀਅਤ ਦੇ ਜਿਹੜੇ ਤਜਰਬੇ ਨੇ, ਇਨਸਾਨੀਅਤ ਜਿਹੜੀ ਹੈ ਉਹਦੇ ਬਾਰੇ ਵੀ ਇਹਨਾਂ ਨੇ ਬਜ਼ੁਰਗਾਂ ਨੇ ਗੱਲ ਕੀਤੀ ਹੈ ਤੇ ਹਯਾਤੀ ਦਾ ਇਹਨਾਂ ਨੇ ਨਾ ਸਿਰਫ ਗੱਲਾਂ ਕੀਤੀਆਂ ਨੇ ਬਲਕਿ ਅਮਲੀ ਨਮੂਨਾ ਕਰਕੇ ਦੱਸਿਆ ਹੈ, ਅਮਲ ਕਰਕੇ ਆਪੇ ਇਹਨਾਂ ਨੇ ਦੱਸਿਆ ਹੈ। ਤੇ ਗੱਲ ਦੀ ਜਿਹੜੀ ਤਾਸੁਰ ਹੈ ਇਹ ਗੱਲ ਦਾ ਤਾਸੁਰ ਤਾਂ ਹੀ ਪੈਦਾ ਹੁੰਦਾ ਜਦੋਂ ਉਹਨੂੰ ਅਮਲ ਕਰਕੇ ਵਿਖਾਇਆ ਜਾਏ, ਖਾਲੀ ਖੁਲੀ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਅੱਛਾ, ਹੁਣ ਪਹਿਲੇ ਮਜ਼ਮੂਨ ਉੱਤੇ ਤਨਕੀਦ ਕੀਤੀ ਗਈ ਹੈ ਬਕੌਲ ਪ੍ਰੋਫੈਸਰ ਅਮਜਦ ਅਲੀ ਸ਼ਾਕਿਰ। ਤਸਵੁਫ ਦੇ ਮਾਰੂਫ ਅਵਾਮੀ ਰੁਖ ਦੱਸੇ ਨੇ ਤੇ ਗਨਾਹ, ਨਰਗਨਵਾਦ, ਪ੍ਰੇਮ ਮਾਰਗ ਤੇ ਤਸਵੁਫ ਦੀ ਬਾਤਿਨ ਪਸੰਦੀ ਦਾ ਜ਼ਾਹਿਰ ਪਸੰਦੀ ਨਾਲ ਟਾਕਰਾ ਤੇ ਬਾਗੀ ਰਵਾਇਤਾਂ ਦਾ ਜ਼ਿਕਰ ਨਹੀਂ ਕੀਤਾ। ਦੂਜਾ, ਔਰਤਾਂ ਦਾ ਜ਼ਿਕਰ ਗੋਲ ਕਰਨ ਤੇ ਫਸੂਸੁਲ ਹੁਕਮ ਵਿੱਚੋਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪੜ੍ਹਨ ਤੇ ਸਮਝਣ ਦਾ ਯਤਨ ਨਹੀਂ ਕੀਤਾ, ਨਾਲੇ ਕਯੂਮ ਨਜ਼ਰ ਨੂੰ ਸੂਫੀ ਬਣਾ ਛੱਡਿਆ। ਇਸ ਮਜ਼ਮੂਨ ਉੱਤੇ ਤਨਕੀਦ ਕੀਤੀ ਹੈ ਅਮਜਦ ਅਲੀ ਸ਼ਾਕਿਰ ਨੇ। ਠੀਕ ਹੈ, ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਇਹਨਾਂ ਗੱਲਾਂ ਬਾਤਾਂ ਦਾ ਜ਼ਿਕਰ ਨਹੀਂ ਕੀਤਾ, ਰਵਾਇਤਾਂ ਦਾ ਜਿਵੇਂ ਬਾਤਿਨ ਪਸੰਦੀ ਦਾ ਜ਼ਾਹਿਰ ਪਸੰਦੀ ਨਾਲ ਟਕਰਾਅ ਕਰਕੇ ਜਾਂ ਟਾਕਰਾ ਕਰਕੇ ਬਾਗੀ ਰਵਾਇਤਾਂ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ, ਜਿਹੜੀ ਬਾਗੀ ਰਵਾਇਤਾਂ ਨੇ ਤਸਵੁਫ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਦੂਜਾ, ਔਰਤਾਂ ਦਾ ਗੱਲ ਨਹੀਂ ਕੀਤਾ, ਔਰਤਾਂ ਦੀ ਗੱਲ ਨਹੀਂ ਕੀਤੀ, ਜਿਵੇਂ ਸ਼ਾਹ ਹੁਸੈਨ ਨੇ ਔਰਤ ਦਾ ਜ਼ਿਕਰ ਕਰਕੇ ਔਰਤ ਨੂੰ ਮਾਸ਼ੂਕ ਦੱਸਿਆ ਤੇ ਉਹ ਚੀਜ਼ਾਂ ਨੇ ਆਸ਼ਿਕ ਦੱਸਿਆ ਉਹ ਵੀ। ਤੇ ਇਹਨਾਂ ਦਾ ਉਹੀ ਗੱਲ ਹੈ ਜੀ, ਤਨਕੀਦ ਉਹਨਾਂ ਨੇ ਕੀਤੀ ਕਿ ਇਸ ਤਰ੍ਹਾਂ ਦੇ ਮਜ਼ਮੂਨ ਇਹਨਾਂ ਨੇ ਛੱਡ ਦਿੱਤੇ ਨੇ। ਹੁਣ ਜੀ ਅੱਗੇ ਅਸੀਂ ਗੱਲ ਕਰਾਂਗੇ ਦੂਜੇ ਮਜ਼ਮੂਨ ਉੱਤੇ। ਦੂਜੇ ਮਜ਼ਮੂਨ ਵਿੱਚ ਕਦੀਮ ਤੇ ਕਲਾਸਿਕਲ 7 ਸ਼ਾਇਰਾਂ ਬਾਰੇ 8 ਮਜ਼ਮੂਨ ਨੇ। ਹਾਸ਼ਿਮ ਸ਼ਾਹ ਬਾਰੇ ਕਿਤਾਬ ਵਿੱਚ 2 ਮਜ਼ਮੂਨ ਸ਼ਾਮਿਲ ਨੇ। ਸੂਫੀ ਸ਼ਾਇਰਾਂ ਬਾਰੇ ਗੱਲਬਾਤ ਕਰਦਿਆਂ ਹੋਏ ਆਰਿਫ ਹੋਰਾਂ ਨੇ ਤਸਵੁਫ ਦੀਆਂ ਇਸਤਲਾਹਾਂ ਤੇ ਨਾਲ ਹੁਣ ਉਹਨਾਂ ਦੀ ਮੁਹਰਕ ਤਹਿਰੀਕਾਂ ਦਾ ਖੋਜ ਵੀ ਲਾਇਆ ਜਿਹੜੀਆਂ ਸੂਫੀ ਸ਼ਾਇਰਾਂ ਦੇ ਵਿਚਾਰਾਂ ਨਾਲ ਸੰਬੰਧ ਰੱਖਦੀਆਂ ਨੇ। ਇਹਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਸੂਫੀ ਸ਼ਾਇਰਾਂ ਦੀ ਗੱਲ ਕੀਤੀ, ਜਿਵੇਂ ਬਾਬਾ ਫਰੀਦ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਆਪਣੇ ਤਰੀਕਤ ਤੇ ਸ਼ਰੀਅਤ ਦੇ ਹਵਾਲੇ ਨਾਲ ਤਸਵੁਫ ਦੀ ਬੁਨਿਆਦ ਰੱਖੀ ਹੈ, ਪਰ ਆਰਿਫ ਹੋਰਾਂ ਨੇ ਉਹਨਾਂ ਦੀ ਸ਼ਾਇਰੀ ਵਿੱਚੋਂ ਇਨਸਾਨ ਦੋਸਤੀ ਵੀ ਤਲਾਸ਼ ਕੀਤੀ ਹੈ। ਲਿਖਦੇ ਨੇ ਜੀ ਬਾਬਾ ਫਰੀਦ ਕਹਿੰਦੇ ਨੇ ਜੀ ਮੱਟੀ ਬਾਰੇ ਬਾਬਾ ਫਰੀਦ ਦਾ ਇਸ ਰਵੱਈਏ ਤੋਂ ਸਾਫ਼ ਜ਼ਾਹਿਰ ਹੈ ਕਿ ਭਈ ਉਹ ਧਰਤੀ ਤੇ ਧਰਤੀ ਵਾਸਾਂ ਦੀ ਕਦਰ ਪਛਾਣਦੇ ਨੇ। ਫਿਰ ਸ਼ਾਹ ਹੁਸੈਨ ਦੀ ਗੱਲ ਹੁੰਦੀ ਹੈ, ਉਹਨਾਂ ਦੀ ਸ਼ਾਇਰੀ ਦੀ ਅਲਾਮਤਾਂ ਤੇ ਚਾਨਣ ਇਹਨਾਂ ਨੇ ਪਾਇਆ, ਜਿਵੇਂ
झोंक, जूह, चरखा, खारी, ताना बाना, तंद, छल्ली, नली, सूई, धागा, पूनी ते होर बहुत सारे ਜਿਹੜੇ ਨੇ ਨਾ ढेर सारे लफ्ज़ां ਨੂੰ ਆਪਣੀ ਰਮਜ਼ੀਆ हैसियत ਨਾਲ ਸ਼ਾਹ ਹੁਸੈਨ ਦੇ ਕਲਾਮ ਵਿੱਚ ਜ਼ਾਹਿਰ ਹੁੰਦੇ ਨੇ ਤੇ ਆਵਾਮ ਦੀ ਸਮਾਜੀ ਜ਼ਿੰਦਗੀ ਉੱਤੇ ਰੋਸ਼ਨੀ ਪਾਉਂਦੀਆਂ ਨੇ। ਜਿਵੇਂ ਬਹੁਤ ਸਾਰੀ ਪੰਜਾਬ ਦੀ ਉਹਨਾਂ ਨੇ ਗੱਲ ਕੀਤੀ ਹੈ, ਬਹੁਤ ਸਾਰੇ ਚਰਖੇ ਸ਼ਰਖੇ ਜਾਂ ਇਨਸਾਨੀ ਹਯਾਤੀ ਦੇ ਬਾਰੇ ਗੱਲ ਕੀਤੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਅਲਾਮਤਾਂ ਕੱਢੀਆਂ ਨੇ। ਫਿਰ ਖਵਾਜਾ ਗੁਲਾਮ ਫਰੀਦ ਨੇ ਜੀ, ਉਹਨਾਂ ਦੀ ਸ਼ਾਇਰੀ ਦੀ ਰਵਾਇਤ ਬਾਰੇ ਆਰਿਫ ਸਾਹਿਬ ਲਿਖਦੇ ਨੇ ਜੀ, ਖਵਾਜਾ ਗੁਲਾਮ ਫਰੀਦ ਰੂਹੀ ਦੇ ਰੇਤਲੇ ਇਲਾਕੇ ਦਾ ਜ਼ਿਕਰ ਬੜੇ ਅਲਬੇਲੇ ਅੰਦਾਜ਼ ਵਿੱਚ ਕਰਦੇ ਨੇ। ਠੀਕ ਹੈ, ਕਿਉਂਕਿ ਉਹ ਰੋਹੀ ਦੇ ਇਲਾਕੇ ਤੋਂ ਬਿਲੋਂਗ ਕਰਦੇ ਸਨ ਤੇ ਰੇਤਲੇ ਇਲਾਕੇ ਦਾ ਜ਼ਿਕਰ ਬੜੇ ਅਲਬੇਲੇ ਅੰਦਾਜ਼ ਨਾਲ ਕਰਦੇ, ਬੜੇ ਮਨ ਖਿੱਚਵੇਂ ਅੰਦਾਜ਼ ਨਾਲ ਕਰਦੇ ਨੇ। ਰੋਹੀ ਜੇ ਇੱਕ ਪਾਸੇ ਖਵਾਜਾ ਫਰੀਦ ਦੇ ਕਲਾਮ ਵਿੱਚ ਵਹਦਤ ਦਾ ਨਿਸ਼ਾਨ ਹੈ, ਰੋਹੀ ਕਿਸ ਦਾ ਨਿਸ਼ਾਨ ਹੈ ਜੀ? ਵਹਦਤ ਦਾ ਨਿਸ਼ਾਨ ਹੈ, ਬਣ ਕੇ ਉਭਰਦੀ ਹੈ, ਤੇ ਦੂਜੇ ਪਾਸੇ ਕਿ ਆਪਣੀ ਧਰਤੀ ਨਾਲ ਉਹਨਾਂ ਦੇ ਗੂੜੇ ਪਿਆਰ ਦਾ ਸਬੂਤ ਵੀ ਮੁਹੱਈਆ ਕਰਦੀ ਹੈ। ਇੱਕ ਪਾਸੇ ਵਹਦਤ ਦਾ ਨਿਸ਼ਾਨ ਹੈ ਤੇ ਦੂਜੇ ਪਾਸੇ ਉਹ ਆਪਣੇ ਧਰਤੀ ਨਾਲ ਗੂੜੇ ਪਿਆਰ ਦਾ ਸਬੂਤ ਵੀ ਹੈ। ਫਿਰ ਹਾਸ਼ਿਮ ਸ਼ਾਹ ਬਾਰੇ ਇਹਨਾਂ ਨੇ ਗੱਲ ਕੀਤੀ ਜੀ, ਸੱਸੀ ਪੁੰਨੂ ਦਾ ਫਨੀ ਵੇਰਵਾ ਕਰਦਿਆਂ ਲਿਖਦੇ ਨੇ ਜੀ, ਇਨਸਾਨੀ ਰੂਹ ਦੇ ਮਸਲਿਆਂ ਨੂੰ ਹੱਲ ਕਰਨ ਲਈ ਕਿਸੇ ਖਾਨਕਾਹੀ ਤੇ ਇਨਫਰਾਦੀ ਤਪੱਸਿਆ ਦੀ ਨਜ਼ਰੀਏ ਦਾ ਪ੍ਰਚਾਰ ਨਹੀਂ ਕਰਦੇ, ਸਗੋਂ ਇਹਦੇ ਉਲਟ ਉਹ ਮਸਲਿਆਂ ਨੂੰ ਤਿੱਬੀ ਤੇ ਸਮਾਜੀ ਜ਼ਿੰਦਗੀ ਦੇ ਹਵਾਲੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਠੀਕ ਹੈ, ਖਾਨਕਾਹੀ ਤੇ ਇਨਫਰਾਦੀ ਮਸਲਿਆਂ ਨੂੰ ਇਸ ਤਰ੍ਹਾਂ ਨਹੀਂ ਹੱਲ ਕਰਦੇ, ਬਲਕਿ ਉਹ ਤਿੱਬੀ ਤੇ ਸਮਾਜੀ ਜ਼ਿੰਦਗੀ ਦੇ ਹਵਾਲੇ ਨਾਲ ਇਹਨਾਂ ਮਸਲਿਆਂ ਨੂੰ ਹੱਲ ਕਰਦੇ ਨੇ। ਫਿਰ ਆਖਰੀ ਜੇ ਅਖੀਰਲੇ ਆ ਜਾਂਦਾ ਜੀ ਬੁੱਲੇ ਸ਼ਾਹ, ਇਹਨਾਂ ਦੀ ਮਿਡਲੀ ਫਿਕਰ ਬਾਰੇ ਆਰਿਫ ਹੋਰੇ ਲਿਖਦੇ ਨੇ ਜੀ, ਉਹ ਤੌਹੀਦ ਇਲਾਹੀ ਨੂੰ ਬੜੀ ਜਜ਼ਬਾਤੀ ਸ਼ਿੱਦਤ ਨਾਲ ਪੇਸ਼ ਕਰਦੇ ਨੇ, ਤੌਹੀਦ ਇਲਾਹੀ ਨੂੰ। ਠੀਕ ਹੈ, ਉਹਨਾਂ ਦੇ ਕਲਾਮ ਵਿੱਚ ਸਾਨੂੰ ਤੌਹੀਦ ਦਾ ਮਹਿਜ਼ ਨਜ਼ਰੀਆਤੀ, ਫਿਕਰੀ ਤੇ ਜਾਮਿਦ ਕਿਸਮ ਦਾ ਇਜ਼ਹਾਰ ਨਹੀਂ ਮਿਲਦਾ, ਸਗੋਂ ਇਹਦੇ ਉਲਟ ਮਹਿਸੂਸਾਤੀ ਤੇ ਜਜ਼ਬਾਤੀ ਸਤ੍ਹਾ ਉੱਤੇ ਬੜਾ ਮੁਤਹਰਕ ਕਿਸਮ ਦਾ ਇਬਲਾਗ ਮਿਲਦਾ ਹੈ। ਠੀਕ ਹੈ, ਸਾਨੂੰ ਕੋਈ ਜਜ਼ਬਾਤੀ ਗੱਲ ਜਾਂ ਨਜ਼ਰੀਆਤੀ ਜਾਂ ਫਿਕਰੀ ਗੱਲ ਨਹੀਂ ਹੋਏਗੀ, ਬਲਕਿ ਕੀ ਹੋਏਗੀ ਸੌਰੀ ਜਜ਼ਬਾਤੀ ਸਤ੍ਹਾ ਉੱਤੇ ਜਿਹੜਾ ਨਾ ਸਾਨੂੰ ਮੁਤਹਰਕ ਕਿਸਮ ਦਾ ਨਜ਼ਰ ਆਏਗਾ, ਪਰ ਕੀ ਹੈ ਜੀ, ਸਾਨੂੰ ਖਾਲਮ ਖੋਲੀ ਕੋਈ ਇੱਕ ਨਜ਼ਰੀਆ ਨਹੀਂ ਨਜ਼ਰ ਆਉਂਦਾ, ਕੋਈ ਫਿਕਰ ਸਿਰਫ ਨਹੀਂ ਹੈ, ਬਲਕਿ ਬੜਾ ਉਹਨਾਂ ਪ੍ਰੈਕਟੀਕਲ ਚੀਜ਼ ਜਾਂ ਫੀਲਿੰਗ ਵਾਲੀ ਚੀਜ਼ ਹੈ, ਮਹਿਸੂਸਾਤੀ ਤੇ ਜਜ਼ਬਾਤੀ ਸਤ੍ਹਾ ਉੱਤੇ ਇਹਨਾਂ ਦਾ ਸਾਨੂੰ ਮੁਤਹਰਕ ਕਿਸਮ ਦਾ ਕਨਸੈਪਟ ਮਿਲਦਾ ਹੈ। ਫਿਰ ਅਖੀਰਲੇ ਇਹਨਾਂ ਨੇ ਮੀਆਂ ਮੁਹੰਮਦ ਬਖਸ਼ ਤੇ ਸੈयद ਵਾਰਿਸ ਸ਼ਾਹ ਹੋਰਾਂ ਬਾਰੇ ਕੁਝ ਨਹੀਂ ਲਿਖਿਆ। ਦੂਜੇ ਮਜ਼ਮੂਨ ਉੱਤੇ ਤਨਕੀਦ ਕੀ ਹੈ ਜੀ, ਅਮਜਦ ਅਲੀ ਸ਼ਾਕਰ ਹੋਰਾਂ ਇਹਦੇ ਬਾਰੇ ਵੀ ਉਹਨਾਂ ਨੇ ਤਨਕੀਦ ਕੀਤੀ ਤੇ ਪਿਛਲੇ ਪਹਿਲੇ ਮਜ਼ਮੂਨ ਉੱਤੇ ਵੀ ਉਹਨਾਂ ਨੇ ਤਨਕੀਦ ਕੀਤੀ ਸੀ। ਉਹ ਕਹਿੰਦੇ ਨੇ ਜੀ, ਬਾਬਾ ਫਰੀਦ ਦੇ ਸਮਾਜੀ ਤਾਰੀਖੀ ਤੇ ਅਸਰੀ ਸ਼ਊਰ, ਖਵਾਜਾ ਫਰੀਦ ਦੀ ਰੂਹੀ ਦੀ ਨਾਜ਼ੁਕ ਜਟੀਆਂ ਦਾ ਜ਼ਿਕਰ ਨਹੀਂ ਕੀਤਾ ਇਹਨਾਂ ਨੇ। ਠੀਕ ਹੈ, ਕੀ ਨਹੀਂ ਕੀਤਾ ਜੀ? ਬਾਬਾ ਫਰੀਦ ਦੀ ਜ਼ਿੰਦਗੀ ਬਾਰੇ ਤੇ ਖਵਾਜਾ ਫਰੀਦ ਦੇ, ਬਾਬਾ ਫਰੀਦ ਬਾਰੇ ਕਹਿੰਦੇ ਨੇ ਜੀ ਸਮਾਜੀ ਤਾਰੀਖੀ ਤੇ ਅਸਰੀ ਸ਼ਊਰ ਦਾ ਜ਼ਿਕਰ ਨਹੀਂ ਕੀਤਾ, ਤੇ ਖਵਾਜਾ ਫਰੀਦ ਦੀ ਰੂਹੀ ਦੀ ਨਾਜ਼ੁਕ ਜਟੀਆਂ ਦਾ ਜ਼ਿਕਰ ਨਹੀਂ ਕੀਤਾ। ਨਾਲੇ ਬਾਬਾ ਬੁੱਲੇ ਸ਼ਾਹ ਦੇ ਅਲੀ ਹੈਦਰ, ਬਾਬਾ ਬੁੱਲੇ ਸ਼ਾਹ ਤੇ ਅਲੀ ਹੈਦਰ ਦੇ ਇਸ਼ਕ ਨੂੰ ਵੱਖ ਆਖਿਆ ਹੈ। ਫਿਰ ਦੂਜਾ ਪੁਆਇੰਟ ਹੈ ਜੀ, ਹਰ ਗੱਲ ਦਾ ਸੌਖਾ ਪਾਸਾ ਬਿਆਨ ਕਰ ਦਿੱਤਾ ਹੈ ਤੇ ਔਖਾ ਤਾਲਿਬ ਇਲਮਾਂ ਦੀ ਹਿੰਮਤ ਤੇ ਛੱਡਤਾ ਹੈ। ਜਿਹੜੀਆਂ ਸੌਖੀਆਂ ਸੌਖੀਆਂ ਗੱਲਾਂ ਸਨ ਉਹਨਾਂ ਨੇ ਦੱਸ ਦਿੱਤੀਆਂ ਨੇ, ਤੇ ਬਾਕੀ ਜਿਹੜੀ ਮੁਸ਼ਕਿਲ ਗੱਲਾਂ ਨੇ, ਔਖੀਆਂ ਗੱਲਾਂ ਨੇ, ਉਹ ਛੱਡ ਦਿੱਤੀਆਂ ਨੇ। ਫਿਰ ਆਂਦਾ ਜੀ ਸਾਡੇ ਕੋਲ ਤੀਜਾ ਮਜ਼ਮੂਨ ਆਂਦਾ, ਇਹ ਸਾਡਾ ਕਲਾਸਿਕੀ ਰਿਵਾਇਤ ਸੰਭਾਲ ਕੇ ਮੁੱਦਤ ਅਪਣਾਉਣ ਵਾਲੇ ਸ਼ਾਇਰਾਂ ਵਿੱਚੋਂ ਉਸਤਾਦ ਕਰਮ ਅੰਮ੍ਰਿਤਸਰੀ, ਮੌਲਾ ਬਖਸ਼ ਕਸ਼ਤਾ, ਪੀਰ ਫਜ਼ਲ ਗੁਜਰਾਤੀ, ਡਾਕਟਰ ਫਕੀਰ ਮੁਹੰਮਦ ਫਕੀਰ ਤੇ ਹਕੀਮ ਨਾਸਿਰ ਬਾਰੇ ਹੈ। ਠੀਕ ਹੈ, ਆਰਿਫ ਹੋਰਾਂ ਨੇ ਉਸਤਾਦ ਕਰਮ ਅੰਮ੍ਰਿਤਸਰੀ ਬਾਰੇ ਲਿਖਿਆ ਹੈ, ਇੰਜ ਜਾਪਦਾ ਹੈ ਜਿਵੇਂ ਚੋਬਰਗੇ ਨਾਲ ਉਸਤਾਦ ਕਰਮ ਦੇ ਮਿਜ਼ਾਜ ਨੂੰ ਖਾਸੀ ਮੁਨਾਸਬਤ ਹੈ, ਤੇ ਇੰਜ ਹੀ ਉਹਨਾਂ ਨੂੰ ਬਜ਼ੁਰਗ ਤਰੀਨ ਸ਼ਾਇਰ ਦਾ ਵੀ ਲਕਬ ਦਿੱਤਾ। ਇਹ ਲਕਬ ਦੇਣ ਵੇਲੇ ਆਰਿਫ ਸਾਹਿਬ ਦੀ ਗਹਿਰੀ ਤੇ ਤੇਜ਼ ਨਜ਼ਰ ਬਰਸਗੀਰ ਦੀ 20ਵੀਂ ਸਦੀ ਦੇ ਉਸ ਅੱਧ ਉੱਤੇ ਰਹੀ ਜਿਹਦਾ ਕਰਬ ਤੇ ਬੇਚੈਨੀ ਸਾਨੂੰ ਉਸਤਾਦ ਕਰਮ ਅੰਮ੍ਰਿਤਸਰ ਹੋਰਾਂ ਦੀ ਕਰਮ ਫੁਲਵਾੜੀ, ਇਹਨਾਂ ਦੀ ਲਿਖਾਈ ਹੈ ਅੰਮ੍ਰਿਤਸਰੀ ਦੀ, ਇਹਦੇ ਵਿੱਚ ਸਾਨੂੰ ਨਜ਼ਰ ਆਉਂਦਾ। ਇਸ ਤਰ੍ਹਾਂ ਫਿਰ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਨੂੰ ਹਰਕਤ ਤੇ ਅਮਲ ਦਾ ਸ਼ਾਇਰ ਕਿਹਾ ਹੈ। ਠੀਕ ਹੈ, ਬਜ਼ੁਰਗ ਤਰੀਨ ਸ਼ਾਇਰ ਕਿਹਾ ਜੀ ਉਸਤਾਦ ਕਰਮ ਅੰਮ੍ਰਿਤਸਰੀ ਨੂੰ, ਤੇ ਹਰਕਤ ਤੇ ਅਮਲ ਦਾ ਸ਼ਾਇਰ ਕਿਹਾ ਜੀ ਫਕੀਰ ਮੁਹੰਮਦ ਫਕੀਰ ਨੂੰ। ਦੇਸ਼ ਦੀ ਆਜ਼ਾਦੀ ਦੀ ਤਹਿਰੀਕ ਤੋਂ ਲੈ ਕੇ ਪਾਕਿਸਤਾਨ ਬਣਨ ਤੋਂ ਬਾਅਦ ਤੱਕ ਪਹਿਲੇ ਆਜ਼ਾਦੀ ਦੇ ਸਿਪਾਹੀ ਦੇ ਹਵਾਲੇ ਨਾਲ
ਤੇ ਬਾਅਦ ਵਿੱਚ ਪੰਜਾਬੀ ਜ਼ੁਬਾਨ ਦੇ ਜ਼ਬਰਦਸਤ ਕਾਮੇ ਦੀ ਹੈਸੀਅਤ ਨਾਲ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਤੇ ਜਿੰਨੀ ਖਿਦਮਤ ਕੀਤੀ ਹੈ ਉਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੇ ਸੱਚ ਫਕੀਰ ਮੁਹੰਮਦ ਫਕੀਰ ਦੀ ਜਿਵੇਂ ਤੁਸੀਂ ਪੋਇਟਰੀ ਪੜ੍ਹਦੇ ਹੋ ਨਾ, ਉਹਨਾਂ ਦਾ ਕੰਮ ਪੜ੍ਹਦੇ ਹੋ ਤਾਂ ਉਹਨਾਂ ਨੇ ਤਹਿਰੀਕਾਂ ਬਾਰੇ ਬੜਾ ਕੰਮ ਕੀਤਾ, ਪਾਕਿਸਤਾਨ ਦੇ ਬਣਨ ਤੇ ਬੜਾ ਲਹੂ ਉਜਾਗਰ ਕੀਤਾ ਲੋਕਾਂ ਦਾ, ਯੰਗ ਜਨਰੇਸ਼ਨ ਦਾ। ਫਿਰ ਆ ਜਾਂਦੇ ਨੇ ਜੀ ਪੀਰ ਫਜ਼ਲ ਗੁਜਰਾਤੀ, ਇਹਨਾਂ ਨੂੰ ਕਿਹਾ ਜੀ ਆਸ਼ਿਕਾਨਾ ਲਹਿਜੇ ਦਾ ਨਵੇਕਲਾ ਸ਼ਾਇਰ। ਇਹਨਾਂ ਨੂੰ ਕਿਹਾ ਜੀ ਉਹਨਾਂ ਦੀ ਗਜ਼ਲ ਦੇ ਉਸ ਅੰਦਾਜ਼ ਉੱਤੇ ਨਜ਼ਰ ਰੱਖੀਏ ਜਿਹੜਾ ਫਾਰਸੀ ਗਜ਼ਲ ਦੇ ਮਸ਼ਹੂਰ ਸ਼ਾਇਰ ਹਾਫਿਜ਼ ਸ਼ੇਰਾਜ਼ੀ ਦੀ ਗਜ਼ਲ ਦੇ ਅੰਦਾਜ਼ ਨਾਲ ਮਿਲਦਾ ਹੈ। ਆਰਿਫ ਹੋਰਾਂ ਨੇ ਮੌਲਾ ਬਖਸ਼ ਕੁਸ਼ਤਾ ਦੀ ਸ਼ਾਇਰੀ ਵਿੱਚ ਫਿਤਰਤ ਨਿਗਾਰੀ ਵੀ ਲੱਭੀ ਹੈ ਤੇ ਉਹਦੇ ਉੱਤੇ ਹੁਬੁਲ ਵਤਨੀ ਵੀ। ਅਲਬੱਤਾ ਇਹਦੇ ਨਾਲ ਨਾਲ ਉਹਨਾਂ ਨੇ ਜਦੀਦ ਤਕਾਜ਼ੇ ਮੁਤਾਬਿਕ ਕੋਈ ਨਵੀਂ ਮਜ਼ਮੂਨ ਵੀ ਅਪਣਾਏ ਨੇ। ਫਿਰ ਹਕੀਮ ਨਾਸਿਰ ਆਖਰੀ ਆ ਜਾਂਦੇ ਨੇ ਸਾਡੇ ਕੋਲ। ਹਕੀਮ ਨਾਸਿਰ ਉਹਨਾਂ ਦੀ ਸ਼ਾਇਰੀ ਬਾਰੇ ਤਨਕੀਦਾਂ ਲਿਖੀਆਂ ਹੋਈਆਂ, ਉਹਨਾਂ ਦੇ ਕਲਾਮ ਦੀ ਦਰਿਆ ਵਰਗੀ ਰਵਾਨੀ ਤੇ ਸਮੇਂ ਦੀਆਂ ਚਾਲੂ ਕਦਰਾਂ ਉਹਦੇ ਹਵਾਲੇ ਉਹਨਾਂ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਹੈ। ਇਹਨਾਂ ਪੰਜਾਬੀ ਸ਼ਾਇਰਾਂ ਨੂੰ ਜਦੋਂ ਅਸੀਂ ਇੱਕ ਸੀਧ ਵਿੱਚ ਰੱਖ ਕੇ ਵੇਖਦੇ ਹਾਂ ਤੇ ਸਾਨੂੰ ਅਦਬ ਦੇ ਕਦੀਮ ਤੇ ਜਦੀਦ ਦੌਰ ਦਾ ਪੂਰਾ ਤਨਾਜ਼ੁਰ ਸਮਝ ਆ ਜਾਂਦਾ ਹੈ, ਕਿਵੇਂ ਇਨੋਵੇਸ਼ਨ ਹੋਈ, ਮੋਡੀਫਿਕੇਸ਼ਨ ਕਿਵੇਂ ਹੋਈ, ਇਹ ਸਾਰੀਆਂ ਚੀਜ਼ਾਂ, ਸਾਰੀਆਂ ਗੱਲਾਂ ਬਾਤਾਂ ਸਾਨੂੰ ਸਮਝ ਆ ਜਾਂਦੀ ਹੈ। ਫਿਰ ਤੀਜੇ ਮਜ਼ਮੂਨ ਉੱਤੇ ਜਿਹੜੀ ਤਨਕੀਦ ਇਹਨਾਂ ਨੇ ਕੀਤੀ ਹੈ ਉਹ ਵੀ ਅਮਜਦ ਅਲੀ ਸ਼ਾਕਿਰ ਹੋਰਾਂ ਕੀਤੀ ਹੈ, ਪ੍ਰੋਫੈਸਰ ਅਮਜਦ ਅਲੀ ਸ਼ਾਕਿਰ। ਉਹ ਤਕਾਬੁਲ ਪਹਿਲਵਾਨਾਂ ਦੀ ਕੁਸ਼ਤੀ ਕਰਵਾਉਣ ਵਾਂਗਰ ਕਰਦੇ ਨੇ, ਠੀਕ ਹੈ, ਸ਼ਾਇਦ ਇਹਨਾਂ ਦਾ ਮਤਲਬ ਹੋਏਗਾ ਕਿ ਬੜਾ ਸਖਤ ਕਰਦੇ ਨੇ। ਤੇ ਆਰਿਫ ਹੋਰਾਂ ਨੇ ਇਹਨਾਂ ਸ਼ਾਇਰਾਂ ਦਾ ਤਜ਼ਕਰਾ ਤੇ ਤਜਜ਼ੀਆ ਰਲਾ ਮਿਲਾ ਦਿੱਤਾ ਹੈ, ਇਹ ਵੀ ਤਨਕੀਦ ਇਹਨਾਂ ਨੇ ਕੀਤੀ ਹੈ। ਫਿਰ ਚੌਥਾ ਮਜ਼ਮੂਨ ਹੈ ਜੀ ਸਾਡਾ, ਆਖਰੀ ਮਜ਼ਮੂਨ ਹੈ ਇਹਦੇ ਵਿੱਚ ਅਜੋਕੇ ਸ਼ਾਇਰਾਂ ਬਾਰੇ ਹੈ ਜਿਹੜਾ ਸ਼ਰੀਫ ਕੰਜਾਹੀ ਆ ਜਾਂਦਾ ਹੈ, ਹੋਰਾਂ ਤੋਂ ਸ਼ੁਰੂ ਹੁੰਦਾ ਹੈ ਤੇ ਸ਼ਾਹੀਨ ਨਾਜ਼ਲੀ ਉੱਤੇ ਖਤਮ ਹੁੰਦਾ ਹੈ। ਠੀਕ ਹੈ, ਸ਼ਰੀਫ ਕੰਜਾਹੀ ਤੋਂ ਸ਼ੁਰੂ ਹੋ ਕੇ ਸ਼ਾਹੀਨ ਨਾਜ਼ਲੀ ਉੱਤੇ ਖਤਮ ਹੁੰਦਾ ਹੈ। ਇਹ ਸਾਰਾ ਜਿਹੜਾ ਸਾਰੇ ਜਿੰਨੇ ਵੀ ਸ਼ਾਇਰ ਆਉਂਦੇ ਨੇ ਇਹਨਾਂ ਦੇ ਵਿੱਚ ਆਉਂਦੇ ਨੇ। ਕਿਤਾਬ ਦੇ ਇਸ ਹਿੱਸੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਇਹ ਗੱਲ ਜ਼ਿਹਨ ਵਿੱਚ ਰੱਖਣੀ ਚਾਹੀਦੀ ਕਿ ਹਮ ਅਸਰਾਂ ਬਾਰੇ ਲਿਖਣਾ, ਕਿਉਂਕਿ ਇਹਨਾਂ ਦੇ ਸਾਰੇ ਹੁਣੇ ਹਮ ਅਸਰ ਨੇ ਤੇ ਇਹਨਾਂ ਨੂੰ ਆਸਾਨ ਵੀ ਨਜ਼ਰ ਆਉਂਦਾ ਹੈ, ਲੇਕਿਨ ਇਹ ਕੀ ਹੁੰਦਾ ਹਕੀਕਤ ਵਿੱਚ ਬੜਾ ਔਖਾ ਕੰਮ ਹੈ ਆਪਣੇ ਹਮ ਅਸਰਾਂ ਤੇ ਗੱਲ ਕਰਨਾ, ਕਿਉਂ ਜੇ ਉਹ ਜ਼ਿੰਦਾ ਵੀ ਹੁੰਦੇ ਨੇ। ਅੱਛਾ, ਹੁਣ ਗੱਲ ਕਰਾਂਗੇ ਅਸੀਂ ਜੀ ਸ਼ਰੀਫ ਕੰਜਾਹੀ ਤੋਂ ਸ਼ੁਰੂ ਕਰਾਂਗੇ। ਇਹਨਾਂ ਦੀ ਸ਼ਾਇਰੀ ਵਿੱਚੋਂ ਤਬਕਾਤੀ ਸਮਾਜ ਦੀ ਆਵੇਜ਼ਿਸ਼ ਵੀ ਲੱਭੀ ਤੇ ਮਾਊਨੀਅਤ ਵੀ ਇੰਜ ਤਲਾਸ਼ ਕੀਤੀ ਹੈ। ਤੇ ਕਹਿੰਦੇ ਨੇ ਜੀ ਸ਼ਰੀਫ ਕੰਜਾਹੀ ਵੀ ਬਰੇ ਸਗੀਰ ਦੇ ਇਹੋ ਜਿਹੇ ਮੁਖਲਿਸ, ਹਸਾਸ ਤੇ ਸੱਚੇ ਫਨਕਾਰਾਂ ਵਿੱਚੋਂ ਸਨ ਜਿਨ੍ਹਾਂ ਨੇ ਜੰਗ ਦੀਆਂ ਤਬਾਹੀਆਂ ਤੇ ਬਰਬਾਦੀਆਂ ਨੂੰ ਮਹਿਸੂਸ ਕੀਤਾ ਤੇ ਫਨ ਰਾਹੀਂ ਜੰਗਬਾਜ਼ਾਂ ਦੇ ਵਹਿਸ਼ੀ ਇਕਦਾਮਾਤ ਦੀ ਨਿੰਦਿਆ ਕੀਤੀ। ਫਿਰ ਅਹਿਮਦ ਰਾਈ ਦੀ ਸ਼ਾਇਰੀ ਬਾਰੇ ਆਰਿਫ ਹੋਰੀ ਕਹਿੰਦੇ ਨੇ ਜੀ ਰਾਹੀ ਜਾਗੀਰਦਾਰੀ ਨਿਜ਼ਾਮ ਦੀ ਅਖਲਾਕੀਆਤ ਦੇ ਖਿਲਾਫ ਆਵਾਜ਼ ਉਠਾਉਣ ਵਾਲਾ ਸ਼ਾਇਰ ਹੈ। ਠੀਕ ਹੈ, ਜਾਗੀਰਦਾਰੀ ਦੇ ਨਿਜ਼ਾਮ ਦੇ ਖਿਲਾਫ, ਇਖਲਾਕੀਆਤ ਦੇ ਖਿਲਾਫ, ਇਸ ਇਖਲਾਕੀਆਤ ਦੇ ਖਿਲਾਫ ਆਵਾਜ਼ ਉਠਾਉਣ ਵਾਲਾ ਉਹ ਸ਼ਾਇਰ ਹੈ। ਜਾਗੀਰਦਾਰੀ ਨਿਜ਼ਾਮ ਦੀ ਇਖਲਾਕੀਆਤ ਦੇ ਖਿਲਾਫ ਆਵਾਜ਼ ਉਠਾਉਣ ਵਾਲਾ ਸ਼ਾਇਰ ਹੈ। ਫਿਰ ਹਫੀਜ਼ ਤਾਇਬ ਬਾਰੇ ਆਖਦੇ ਨੇ ਜੀ ਉਹ ਰਾਹੀ ਜਿਹੜਾ ਆਪਣੇ ਵਾਸਤੇ ਆਪਣੇ ਰਾਵਾਂ ਆਪੂ ਬਣਾਉਂਦਾ ਹੈ, ਆਪਣੀ ਮੰਜ਼ਿਲ ਆਪੂ ਮੁਕਰਰ ਕਰਦਾ ਹੈ ਤੇ ਉਹਦੇ ਉੱਤੇ ਕਲਮ ਕੱਲਾ ਜਿਹੜਾ ਨਾ ਨਸਦਾ ਰਹਿੰਦਾ ਹੈ, ਪੱਗ ਧਰਦਾ ਹੈ। ਫਿਰ ਸਲੀਮ ਕਾਸ਼ਿਰ ਹੋਰੀ, ਰਊਫ ਸ਼ੇਖ, ਰਸ਼ੀਦ ਅਨਵਰ, ਮੁਨੀਰ ਨਿਆਜ਼ੀ ਤੇ ਨਜਮ ਹੁਸੈਨ ਸਈਦ ਬਾਰੇ ਉਹਨਾਂ ਦਾ ਰਵੱਈਆ ਕਿਧਰੇ ਕਿਧਰੇ ਬੜਾ ਜਜ਼ਬਾਤੀ ਹੈ ਤੇ ਮੁਬਾਲਗਾ ਆਮੇਜ਼ੀ ਦਾ ਸ਼ਿਕਾਰ ਵੀ ਹੈ। ਇਸ ਤਰ੍ਹਾਂ ਉਹਨਾਂ ਦੇ ਦਾਅਵੇ ਕਿਧਰੇ ਮਸ਼ਕੂਕ ਵੀ ਨਜ਼ਰ ਆਉਂਦੇ ਨੇ। ਮੁਖਤਸਰ ਕਿ ਆਰਿਫ ਹੋਰਾਂ ਹਮ ਜਿਹੜਾ ਅਸਰ ਸ਼ਾਇਰਾਂ ਉੱਤੇ ਗੱਲ ਕੀਤੀ ਨਾ ਤਾਸੁਬ ਤਾਰੀਖੀ ਤਨਾਜ਼ੁਰ ਵਿੱਚ ਵੇਖ ਕੇ ਨਵੀਂ ਸ਼ਾਇਰੀ ਦਾ ਮੁਬਾਲਗਾ ਰਾਈ ਤੇਕਰ ਪਜ਼ੀਰਾਈ ਕਰਦੇ ਹੋਏ, ਮਤਲਬ ਬੜੀ ਉਹਨਾਂ ਨੇ ਜ਼ਮੀਨ ਆਸਮਾਨ ਦੇ ਕਲਾਬੇ ਮਿਲਾ ਕੇ ਗੱਲ ਕੀਤੀ, ਮੁਬਾਲਗਾ ਰਾਈ ਨਾਲ ਗੱਲ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਸੂਫੀਆਨਾ ਰਵਾਇਤ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦਿਆਨਤਦਾਰਾਨਾ ਤੇ ਮੁਖਲਿਸਾਨਾ ਫੈਸਲਾ ਕਰਕੇ ਹਰ ਸ਼ਾਗਿਰਦ ਦੀ ਫਨੀ ਅਜ਼ਮਤ ਨੂੰ ਸਲਾਹਾ ਤੇ ਖੂਬੀਆਂ ਨੂੰ ਉਛਾਲਿਆ ਹੈ, ਸਲਾਹਿਆ ਵੀ ਹੈ ਤੇ ਖੂਬੀਆਂ ਨੂੰ ਵੀ ਉਛਾਲਿਆ। ਚੌਥੇ ਮਜ਼ਮੂਨ ਉੱਤੇ ਜਿਹੜੀ ਤਨਕੀਦ ਹੈ ਉਹ ਕੀਤੀ ਜੀ ਅਮਜਦ ਅਲੀ ਸ਼ਾਕਿਰ ਨੇ। ਕਹਿੰਦੇ ਨੇ ਜੀ
ਜਦਲਿਆਤ ਤੋਂ ਬਗੈਰ ਜਿਹੜਾ ਨਾ ਅਦਬ ਦਾ ਤਬਕਾਤੀ ਹਵਾਲਾ ਲੱਭ ਕੇ ਬਗੈਰ ਦਲੀਲਾਂ ਤੋਂ ਵੱਡੇ ਦਾਅਵੇ ਕੀਤੇ ਨੇ ਇਹਨਾਂ ਨੇ। ਫਿਰ ਨਜਮ ਹੁਸੈਨ ਸਈਦ ਦੀ ਸ਼ਾਇਰੀ ਦੇ ਅੰਦਰ ਝਾਤੀ ਨਹੀਂ ਪਾ ਸਕੇ ਤੇ ਸਿਆਸੀ ਤੇ ਸਮਾਜੀ ਹਕੀਕਤਾਂ ਦੇ ਸ਼ਾਇਰ ਜਿਹੜੇ ਨੇ ਰਾਸ਼ਿਦ ਹਸਨ ਰਾਣਾ ਨੂੰ ਫਿਤਰਤ ਦਾ ਚਾਹਵਨ ਤੇ ਤਰਜਮਾਨ ਬਣਾਇਆ ਹੈ। ਹਾਲਾਂਕਿ ਉਹ ਕਹਿੰਦੇ ਨੇ ਜੋ ਸਿਆਸੀ ਤੇ ਸਮਾਜੀ ਹਕੀਕਤਾਂ ਦਾ ਸ਼ਾਇਰ ਹੈ, ਲੇਕਿਨ ਉਹਨੂੰ ਕੀ ਕਿਹਾ ਜੀ ਫਿਤਰਤ ਦਾ ਚਾਹਣ ਵਾਲਾ। ਨਾਲੇ ਰਊਫ ਸ਼ੇਖ ਬਾਰੇ ਕੀਤੀ ਗੱਲ ਵੀ ਗਵਾਹੀ ਜਿਹੜੀ ਹੈ ਨਾ ਕਲਾਮ ਨਹੀਂ ਦਿੰਦੀ, ਉਹ ਕੋਈ ਗੱਲ ਆਥੈਂਟਿਕ ਨਹੀਂ ਹੈ। ਆਰਿਫ ਹੋਰਾਂ ਨੇ ਜਦੋਂ ਮੁਬਾਲਗੇ ਤੋਂ ਕੰਮ ਲਿੱਤਾ ਹੈ ਤੇ ਐਡੇ ਵੱਡੇ ਦਾਅਵੇ ਕੀਤੇ ਨੇ ਜੇ ਹਾਸਾ ਆ ਜਾਂਦਾ ਹੈ। ਫਿਰ ਆਖਰੀ ਜਿਹੜਾ ਹੁੰਦਾ ਜੀ ਉਹ ਤਨਕੀਦ ਦੀਆਂ ਦੂਜੀਆਂ ਖੂਬੀਆਂ ਇਹਨਾਂ ਦੀਆਂ ਕਿਹੜੀਆਂ ਨੇ। ਰਵਾਇਤੀ ਅੰਦਾਜ਼ ਤੋਂ ਹਟ ਕੇ ਤਾਰੀਖੀ ਤਰਤੀਬ ਕੀ ਹੈ ਜੀ। ਫਿਰ ਅੱਛਾ ਇਹਦੇ ਵਿੱਚ ਚਾਰ ਗੱਲਾਂ ਨੇ, ਤਨਕੀਦ ਦੀਆਂ ਦੂਜੀਆਂ ਖੂਬੀਆਂ ਵਿੱਚ ਚਾਰ ਗੱਲਾਂ ਨੇ। ਪਹਿਲੀ ਗੱਲ ਹੈ ਰਵਾਇਤੀ ਅੰਦਾਜ਼ ਤੋਂ ਹਟ ਕੇ ਤਾਰੀਖੀ ਤਰਤੀਬ। ਦੂਜਾ ਹੈ ਜੀ ਪੈਗੰਬਰਾਨਾ ਪੱਖ ਤੇ ਹਰ ਸ਼ਾਇਰ ਦਾ ਮਕਾਮ। ਫਿਰ ਤੀਜਾ ਹੈ ਜੀ ਨਵੀਆਂ ਮਹਾੜਾਂ ਤੇ ਤਹਿਰੀਕਾਂ ਦਾ ਖੋਜ। ਤੇ ਚੌਥਾ ਹੈ ਜੀ ਆਰਿਫ ਦਾ ਅਸਲੂਬ ਤੇ ਜ਼ਬਾਨ ਤੇ ਬਿਆਨ। ਹੁਣ ਅਸੀਂ ਪਹਿਲੀ ਗੱਲ ਤੇ ਗੱਲ ਕਰਾਂਗੇ, ਰਵਾਇਤੀ ਅੰਦਾਜ਼ ਤੋਂ ਹਟ ਕੇ ਜਿਹੜੇ ਤਾਰੀਖੀ ਤਰਤੀਬ ਇਹਨਾਂ ਨੇ ਕੀਤੀ ਹੈ। ਇਹਨਾਂ ਨੇ ਆਰਿਫ ਹੋਰਾਂ ਨੇ 33 ਸ਼ਾਇਰਾਂ ਦਾ ਮੁਤਾਲਿਆ ਰਵਾਇਤੀ ਅੰਦਾਜ਼ ਤੋਂ ਹਟ ਕੇ ਕੀਤਾ ਹੈ। ਇਹ ਵਜ੍ਹਾ ਹੈ ਕਿ ਉਹਨਾਂ ਦੇ ਨਤਾਇਜ ਵੀ ਰਵਾਇਤੀ ਅੰਦਾਜ਼ ਤੋਂ ਬੜੇ ਹਟਵੇਂ ਨੇ। ਇਹਨਾਂ ਨੇ ਸਾਰੇ ਮੁਤਾਲਿਆ ਜਿਹੜੇ ਕੀਤੇ ਬੜੇ ਤਾਰੀਖੀ ਤਰਤੀਬ ਦੇ ਹਵਾਲੇ ਨਾਲ ਕੀਤੇ, ਕ੍ਰੋਨੋਲੋਜੀਕਲ ਆਰਡਰ ਨਾਲ ਕੀਤੇ ਨੇ, ਜਿਹਦਾ ਫਾਇਦਾ ਕੀ ਹੁੰਦਾ ਕਿ ਪੜ੍ਹਨ ਵਾਲੇ ਦੇ ਸਾਹਮਣੇ ਇੱਕ ਅਦਬ ਦੀ ਤਾਰੀਖ ਆ ਜਾਂਦੀ ਹੈ, ਠੀਕ ਹੈ, ਡੇਟ ਵਾਈਜ਼ ਜਾਂ ਪੀਰੀਅਡ ਵਾਈਜ਼ ਸਾਡੇ ਕੋਲ ਸਾਡੇ ਅੱਖਾਂ ਉੱਤੇ ਸਾਹਮਣੇ ਆ ਜਾਂਦੀ ਹੈ। ਤੇ ਇਸ ਕਿਤਾਬ ਨੂੰ ਪਰਖ ਪੜਚੋਲ ਨੂੰ ਪੜ੍ਹਨ ਤੋਂ ਬਾਅਦ ਜਿਹੜਾ ਪੰਜਾਬੀ ਸ਼ਾਇਰੀ ਦਾ ਇੱਕ ਤਾਰੀਖੀ ਤਸਲਸਲ ਸਾਹਮਣੇ ਆ ਜਾਂਦਾ ਹੈ। ਇਹਦੀ ਚੰਗੀ ਗੱਲ ਹੈ। ਦੂਜੀ ਕੀ ਹੈ ਜੀ ਪੈਗੰਬਰਾਨਾ ਪੱਖ ਤੇ ਹਰ ਸ਼ਾਇਰ ਦਾ ਮਕਾਮ। ਅੱਛਾ ਇਹਨਾਂ ਨੇ ਆਰਿਫ ਹੋਰਾਂ ਨੇ ਹਰ ਇੱਕ ਦੀ ਜਿਹੜੀ ਲਿਖਾਰੀ ਹੈ ਨਾ ਉਹਦਾ ਦੀ ਲਿਖਤ ਵਿੱਚ ਪੈਗੰਬਰਾਨਾ ਪੱਖ ਜ਼ਰੂਰ ਕੱਢ ਲੈਂਦੇ ਨੇ, ਜਿਹੜਾ ਆਮ ਲੋਕਾਈ ਨੂੰ ਨਜ਼ਰ ਨਹੀਂ ਆਉਂਦਾ। ਤੇ ਇਸ ਤਰ੍ਹਾਂ ਜਿਹੜਾ ਨਾ ਹਰ ਸ਼ਾਇਰ ਦਾ ਮਕਾਮ ਮੁਤੱਯਨ ਹੁੰਦਾ ਹੈ। ਹੁਣ ਤੱਕ ਜਿਹੜੀ ਪੰਜਾਬੀ ਜ਼ੁਬਾਨ ਦੀ ਮੁਕੰਮਲ ਤੇ ਜਾਮਿਆ ਤਾਰੀਖ ਹੈ ਨਾ ਉਹ ਸ਼ਾਇਦ ਇਸ ਵਾਸਤੇ ਨਹੀਂ ਲਿਖੀ ਗਈ ਕਿ ਤਨਕੀਦੀ ਕਿਤਾਬਾਂ ਦੇ ਹੋਣ ਪਰ ਉਹ ਸ਼ਾਇਰਾਂ ਦਾ ਅਦਬੀ ਮਕਾਮ ਮੁਤੱਯਨ ਨਹੀਂ ਹੋ ਸਕਿਆ। ਤੇ ਪੰਜਾਬੀ ਅਦਬ ਜਿਹੜੀ ਤਾਰੀਖ ਹੈ ਉੱਤੇ ਜਿੰਨੀਆਂ ਵੀ ਕਿਤਾਬਾਂ ਹੁਣ ਤੱਕ ਲਿਖੀਆਂ ਗਈਆਂ ਨੇ ਉਹ ਤਜ਼ਕਰੇ ਦੀ ਹੱਦ ਤੋਂ ਅੱਗੇ ਨਹੀਂ ਵੱਧ ਸਕੀਆਂ। ਇਸ ਕਰਕੇ ਉਹਦਾ ਕੋਈ ਇੱਕ ਤਸਲਸਲ ਨਹੀਂ ਬਣਿਆ, ਕੋਈ ਮਕਾਮ ਨਹੀਂ ਉਹਦਾ ਬਣ ਸਕਿਆ। ਹੁਣ ਜੀ ਤੀਜਾ ਪੁਆਇੰਟ ਹੈ ਨਵੀਂ ਮਹਾੜਾਂ ਤੇ ਤਹਿਰੀਕਾਂ ਦੀ ਖੋਜ। ਆਰਿਫ ਹੋਰਾਂ ਨੇ ਇੱਕ ਨया ਜਿਹੜਾ ਨਾ ਇਹਨਾਂ ਦੇ ਕੰਮ ਵਿੱਚੋਂ ਜਿਹੜਾ ਅੱਜ ਕੱਲ੍ਹ ਦੇ ਅਜੋਕੇ ਸ਼ਾਇਰ ਸਨ ਉਹਨਾਂ ਦੇ ਕੰਮ ਵਿੱਚੋਂ ਕਲਾਮ ਵਿੱਚ ਉਹਨਾਂ ਨੇ ਨਵਾਂ ਟ੍ਰੈਂਡ ਵੀ ਕੱਢਿਆ, ਪਹਿਲੂ ਵੀ ਲੱਭਿਆ। ਤੇ ਇਹਨਾਂ ਨੇ ਕੀ ਕੀਤਾ ਜੀ ਤਸਵੁਫ ਦੀਆਂ ਇਸਤਲਾਹਾਂ ਨੂੰ ਵੀ ਇਸਤੇਮਾਲ ਕਰਕੇ ਜਾਂ ਉਹਨਾਂ ਦੇ ਨਾਲ ਨਾਲ ਮੁਹਰਿਕ ਜਿਹੜੀਆਂ ਤਹਿਰੀਕਾਂ ਵੀ ਉਹਨਾਂ ਦੀ ਵੀ ਖੋਜ ਲਾਈ ਹੈ ਜਿਹੜੀਆਂ ਸੂਫੀ ਸ਼ਾਇਰਾਂ ਦੇ ਵਿਚਾਰਾਂ ਨਾਲ ਸੰਬੰਧ ਰੱਖਦੀਆਂ ਸਨ। ਚੌਥਾ ਪੁਆਇੰਟ ਹੈ ਜੀ ਆਰਿਫ ਦਾ ਅਸਲੂਬ ਤੇ ਜ਼ੁਬਾਨ ਤੇ ਬਿਆਨ। ਇਹਨਾਂ ਦਾ ਅਸਲੂਬ ਵਿੱਚ ਬੜੀ ਇਨਫਰਾਦੀਅਤ ਹਾਸਿਲ ਹੈ। ਕਿਸੇ ਵੀ ਉਹਨਾਂ ਨੇ ਫਨ ਬਾਰੇ ਤੇ ਤਨਕੀਦ ਕਰਨ ਤੋਂ ਪਹਿਲਾਂ ਕੀ ਕੀਤਾ ਹੈ ਜੀ ਮਾਰੂਜ਼ੀ ਤਮਹੀਦ ਬਣੀ ਹੈ ਤੇ ਉਹਨਾਂ ਮਾਰੂਜ਼ੀਆਂ ਦੀ ਰੋਸ਼ਨੀ ਵਿੱਚ ਹੀ ਤਨਕੀਦੀ ਅਮਲ ਨੂੰ ਅੱਗੇ ਵਧਾਇਆ। ਉਹਨਾਂ ਦੇ ਇਸ ਅੰਦਾਜ਼ ਵਿੱਚ ਇੰਨੀ ਦਿਲਕਸ਼ੀ ਹੈ ਕਿ ਜਿਹੜਾ ਮਜ਼ਮੂਨ ਉਹ ਸ਼ੁਰੂ ਕਰਦੇ ਨੇ ਪੜ੍ਹਨ ਵਾਲੇ ਦੀ ਉਹ ਤਵੱਜੋ ਖਿੱਚ ਲੈਂਦੇ ਨੇ। ਉਹਨਾਂ ਦੀ ਜ਼ੁਬਾਨ ਵੀ ਸਾਦਾ ਰਹੀ ਹੈ, ਆਮ ਫਹਿਮ ਤੇ ਆਸਾਨ ਹੈ, ਨਰਮੀ ਮਿਠਾਸ ਤੇ ਖਲੂਸ ਦੀ ਚਾਸ਼ਨੀ ਵੀ ਇਹਦੇ ਵਿੱਚ ਭਰਵੀਂ ਹੈ। ਜੁਮਲੇ ਵੀ ਨਿੱਕੇ ਨਿੱਕੇ ਨੇ, ਕਟੀਲੇ ਤੇ ਸਜੀਲੇ ਹੁੰਦੇ ਨੇ, ਜਿਨ੍ਹਾਂ ਵਿੱਚ ਲਫ਼ਜ਼ਾਂ ਦੀ ਬੰਦਿਸ਼ ਵੀ ਹੁੰਦੀ ਹੈ ਜਿਵੇਂ ਮੁੰਦਰੀ ਵਿੱਚ ਥੀਵਾ, ਠੀਕ ਹੈ, ਸੌਖੀ ਸੌਖੀ ਗੱਲਾਂ ਕੀਤੀਆਂ ਨੇ, ਛੋਟੀ ਛੋਟੀਆਂ ਗੱਲਾਂ ਕੀਤੀਆਂ ਨੇ। ਫਿਰ ਤਸ਼ਬੀਹਾਂ ਤੇ ਆਇਤਾਂ ਦੀ ਵਰਤੋਂ ਵੀ ਹੈ। ਇਹਨਾਂ ਨੇ ਆਪਣੀ ਜਿਹੜਾ ਨਾ ਮਨ ਖਿੱਚਵਾਂ ਅੰਦਾਜ਼ ਬਣਾਉਣ ਲਈ ਨਾ ਕਿੱਥੇ ਕਿੱਥੇ ਜਾਂ ਕਿਧਰੇ ਕਿਧਰੇ ਇਹਨਾਂ ਨੇ ਤਸ਼ਬੀਹਾਂ ਵੀ ਵਰਤੀਆਂ ਨੇ, ਕਿਧਰੇ ਇਹਨਾਂ ਨੇ ਕੁਰਾਨੀ ਆਇਤਾਂ ਦੇ ਹਵਾਲੇ ਵੀ ਦਿੱਤੇ ਨੇ, ਜਿਸ ਪਾਰੋਂ ਇਹਨਾਂ ਦੀ ਤਨਕੀਦ ਜਿਹੜੀ ਹੈ ਤਨਕੀਦੀ ਨਸਰ ਤਖਲੀਕੀ ਨਸਰ ਬਣ ਜਾਂਦੀ ਹੈ। ਉਹਦੇ ਵਿੱਚ ਬੋਰੀਅਤ ਉਕਤਾਹਟ ਦੀ ਥਾਂ ਨਹੀਂ ਹੈ, ਬਲਕਿ ਉਹਦੇ ਵਿੱਚ ਕੀ ਹੁੰਦਾ ਜੀ ਤਜੱਸੁਸ
ਤੇ ਲੁਤਫ ਦਾ ਅਹਿਸਾਸ ਉਭਰ ਜਾਂਦਾ ਹੈ। ਮੁਸੰਨਿਫ ਤੇ ਕਾਰੀ ਵਿਚਕਾਰ ਸੰਬੰਧ ਵੀ ਪੈਦਾ ਹੁੰਦਾ ਹੈ। ਕਿਵੇਂ ਕਿ ਇਹਨਾਂ ਨੇ ਲਾਜਵਾਬ ਆਪਣੀ ਤਨਕੀਦ ਨਿਗਾਰੀ ਵਿੱਚ ਨਾ ਇਹਨਾਂ ਨੇ ਬੜੇ ਲਾਜਵਾਬ ਇਹੋ ਜਿਹੇ ਲਾਜਵਾਬ ਨੁਕਤੇ ਸਾਹਮਣੇ ਲਿਆਂਦੇ ਨੇ ਕਿ ਭਈ ਅਕਲ ਹੈਰਾਨ ਹੋ ਜਾਂਦੀ ਹੈ। ਜੋ ਸੱਚੀ ਤਨਕੀਦ ਰਾਹੀਂ ਤਖਲੀਕਕਾਰ ਵੀ ਨੇ, ਲਿਖਿਆਰ ਵੀ ਨੇ, ਮੁਸੰਨਫ ਤੇ ਕਾਰੀ ਹਨ। ਕਾਰੀ ਦਾ ਵਿਚਕਾਰ ਜਿਹੜਾ ਨਾ ਬੜਾ ਪੱਕਾ ਰਾਬਤਾ ਕਾਇਮ ਕਰਨ ਦਾ ਵੀ ਉਹਨਾਂ ਨੂੰ ਬੜਾ ਚੱਜ ਹੈ। ਅਗਲਾ ਪੁਆਇੰਟ ਆਉਂਦਾ ਜੀ ਦੂਜੀ ਜ਼ੁਬਾਨਾਂ ਦੇ ਲਫ਼ਜ਼ਾਂ ਦੀ ਵਰਤੋਂ ਹੀ ਹੈ। ਫਾਰਸੀ ਵੀ ਇਸਤੇਮਾਲ ਕੀਤੀ ਹੈ, ਉਰਦੂ ਵੀ, ਹਿੰਦੀ ਵੀ ਤੇ ਅੰਗਰੇਜ਼ੀ ਦੇ ਲਫ਼ਜ਼ਾਂ ਨੂੰ ਵੀ ਮੌਕਾ ਮਹਿਲ ਵੇਖ ਕੇ ਮੁਤਾਬਿਕ ਉਹਨਾਂ ਨੇ ਵਰਤੇ ਨੇ। ਤੇ ਇਹਨਾਂ ਦਾ ਇਸਤੇਮਾਲ ਜਿਹੜਾ ਉਹ ਰੋਹਬ ਝਾੜਨ ਵਾਸਤੇ ਨਹੀਂ ਸੀ, ਬਲਕਿ ਇਹ ਦੱਸਣਾ ਸੀ ਜੀ ਉਹਨਾਂ ਦਾ ਬੜਾ ਵਸੀਹ ਤੇ ਗੂੜਾ ਜਿਹੜਾ ਨਾ ਮੁਤਾਲਿਆ ਹੈ। ਤੇ ਇਹ ਸਾਰੀਆਂ ਗੱਲਾਂ ਜਾਂ ਅਲਫਾਜ਼ ਜਿਹੜੇ ਨੇ ਹੁਸਨ ਨੂੰ ਦੁਬਾਲਾ ਕਰਦੇ ਨੇ। ਫਿਰ ਮੰਤਕੀ ਅੰਦਾਜ਼ ਹੈ। ਇਹਨਾਂ ਨੇ ਨਾ ਆਰਿਫ ਸਾਹਿਬ ਜਿਹੜੇ ਗੱਲ ਕਰਦੇ ਨੇ, ਆਰਿਫ ਹੋਰੀ ਗੱਲ ਕਰਦੇ ਨੇ, ਉਹ ਬੜੇ ਛੋਟੇ ਛੋਟੇ ਵਾਜ਼ਿਹ ਲਫ਼ਜ਼ਾਂ ਵਿੱਚ ਗੱਲ ਕਰਦੇ ਨੇ, ਵਾਜ਼ਿਹ ਜੁਮਲਿਆਂ ਵਿੱਚ ਗੱਲ ਕਰਦੇ ਨੇ ਤਾਂ ਕਿ ਮੰਤਕੀ ਅੰਦਾਜ਼ ਇਖਤਿਆਰ ਹੋ ਜਾਵੇ। ਇੰਝ ਲੱਗਦਾ ਜਿਵੇਂ ਅਸੀਂ ਉਹਨਾਂ ਨਾਲ ਬਰਾਹ ਰਾਸਤ ਜਿਹੜਾ ਨਾ ਹਮ ਕਲਾਮ ਹੋ ਰਹੇ ਹਾਂ, ਕਿਉਂਕਿ ਉਹ ਜਿਹਨੂੰ ਇੱਕ ਪੱਧਰ ਦੇ ਸ਼ਾਇਰ ਵੀ ਨੇ ਤੇ ਇਸ ਲਈ ਉਹਨਾਂ ਦਾ ਅੰਦਾਜ਼ ਕਿਧਰੇ ਕਿਧਰੇ ਤਖਲੀਕੀ ਨਸਰ ਦਾ ਰੂਪ ਵਟਾ ਕੇ ਸਾਡੇ ਅਦਬੀ ਜ਼ੌਕ ਦੀ ਵੀ ਤਸਕੀਨ ਦਾ ਸਾਮਾਨ ਕਰਦਾ ਹੈ। ਅਬ ਹੁਣ ਸਲਾਨਾ ਕਿਹੜੀ ਹੈ? ਆਰਿਫ ਅਬਦੁਲ ਮਤੀਨ ਤੇ ਪਰਖ ਪੜਚੋਲ ਦੀ ਸਲਾਨਾ, ਜਿਹੜੇ ਲੋਕੀ ਆਪਸ ਵਿੱਚ ਇਹਨੂੰ ਸਲਾਹੁੰਦੇ ਨੇ ਜਾਂ ਗੱਲਬਾਤ ਕਰਦੇ ਨੇ ਜਾਂ ਕਮੈਂਟਸ ਦਿੰਦੇ ਨੇ। ਬਕੌਲ ਅਖਤਰ ਸ਼ਮਾਰ ਕਹਿੰਦੇ ਨੇ ਜੀ ਪਰਖ ਪੜਚੋਲ ਪੰਜਾਬੀ ਤਨਕੀਦ ਦਾ ਸੱਚਾ ਤੇ ਨਵੇਕਲਾ ਰੰਗ ਹੈ ਜਿਹੜਾ ਹਮੇਸ਼ਾ ਸਲਾਹਿਆ ਜਾਏਗਾ। ਖੁਲਾਸਾ ਮੁੱਕਦੀ ਗੱਲ ਕਰੀਏ, ਅਜੋਕੇ ਦੌਰ ਵਿੱਚ ਮਾਂ ਬੋਲੀ ਦੀ ਪਾਲਣਾ ਕਰਨ ਤੇ ਉਹਦੇ ਮਾਣਯੋਗ ਸ਼ਾਇਰਾਂ ਅਦੀਬਾਂ ਤੇ ਨਕਾਦਾਂ ਵਿੱਚੋਂ ਇੱਕ ਸਰਕਢਵਾਂ ਨਾਂ ਆਰਿਫ ਅਬਦੁਲ ਮਤੀਨ ਦਾ ਹੈ। ਤੇ ਡਾਕਟਰ ਸੈਯਦ ਅਖਤਰ ਜਾਫਰੀ ਕਹਿੰਦੇ ਨੇ ਜੀ ਆਰਿਫ ਹੋਰਾਂ ਨੂੰ ਪੰਜਾਬੀ ਅਦਬ ਦਾ ਟੀ.ਐਸ. ਏਲੀਅਟ ਆਖਿਆ ਜਾਵੇ ਜਾਂ ਕਿਹਾ ਜਾਵੇ ਤੇ ਉਹ ਗਲਤ ਨਹੀਂ ਹੋਵੇਗਾ। ਇਹ ਜੀ ਸਾਡਾ ਅਖੀਰਲੀ ਟੌਪਿਕ ਸੀ। ਅਖੀਰਲੀ ਅਸਾਂ ਗੱਲ ਵੀ ਕਰ ਲਈਏ ਕਿ ਇਹਨਾਂ ਨੇ ਬੜਾ ਮਾਣ ਬੜਾਇਆ ਵਧਾਇਆ ਇਹਨਾਂ ਨੇ ਪੰਜਾਬੀ ਵਿੱਚ ਤਨਕੀਦ ਵੀ ਲਿਖ ਕੇ ਤਖਲੀਕ ਵੀ ਕਰਕੇ, ਸ਼ਾਇਰ ਵੀ ਬੜੇ ਚੰਗੇ ਸਨ, ਯਾਨੀ ਕਿ ਹੈ ਹੁਣ ਵੀ ਨੇ। ਤੇ ਇਹਨਾਂ ਨੂੰ ਬੜਾ ਡੂੰਘਾ ਮੁਤਾਲਿਆ ਵੀ ਹੈ, ਬੜੀ ਨੌਲੇਜ ਹੈ ਇਹਨਾਂ ਨੂੰ। ਇਸ ਤਰ੍ਹਾਂ ਕਰਕੇ ਇਹ ਸਾਡਾ ਤਹਿਕੀਕੋ ਤਨਕੀਦ ਦਾ ਜਿਹੜੇ ਸਾਡੇ ਕੋਲ ਪੰਜ ਸਨ ਟੌਪਿਕ ਸਨ, ਚੈਪਟਰ ਸਨ, ਉਹ ਮੁਕੰਮਲ ਹੋ ਗਏ ਨੇ। ਕੋਈ ਸਵਾਲ ਹੋਏ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲਿਓ। ਅੱਲਾ ਹਾਫਿਜ਼।